ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦੋਸਤੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਤੁਹਾਡੇ ਸਾਹਮਣੇ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਹਾਜ਼ਰ ਹੋਈਏ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਹਰਮਗੀਦੋਨ ਦੇ ਯੁੱਧ ਬਾਰੇ ਚਰਚਾ ਕਰ ਰਹੇ ਸੀ। ਅਸੀਂ ਹਰਮਗੀਦੋਨ ਦੇ ਯੁੱਧ ਦੀ ਤਿਆਰੀ ਅਤੇ ਉਸ ਦੇ ਮਕਸਦ ਬਾਰੇ ਜਾਣਿਆ। ਅਸੀਂ ਦਾਨੀਏਲ ਨਬੀ ਦੀ ਪੁਸਤਕ ਤੋਂ ਜਾਣਿਆ ਕਿ ਇਹ 70 ਹਫ਼ਤੇ ਦੀ ਸ਼ੁਰੂਆਤ ਦੇ ਬਾਰੇ ਹੈ। ਇਹ ਇਸ ਲਈ ਹੈ ਕਿਉਂਕਿ ਅਸੀਂ ਜਾਣਿਆ ਕਿ ਇਹ ਪਰਮੇਸ਼ਰ ਦਾ ਇਜ਼ਰਾਈਲ ਦੇ ਲੋਕਾਂ ਦੇ ਉੱਤੇ ਗੁੱਸੇ ਦਾ ਸਮਾਂ ਹੈ। ਇਹ ਉਹਨਾਂ ਲੋਕਾਂ ਦੇ ਉੱਤੇ ਪਰਮੇਸ਼ਰ ਦੇ ਨਿਆਂ ਦਾ ਸਮਾਂ ਹੈ ਜਿਨ੍ਹਾਂ ਨੇ ਮਸੀਹ ਯਸੂ ਦਾ ਇਨਕਾਰ ਕਰ ਦਿੱਤਾ ਸੀ। ਉਹਨਾਂ ਨੂੰ ਮੁੜ ਕੇ ਪਰਤਣ ਦੇ ਬਾਰੇ ਬਾਰ-ਬਾਰ ਮੌਕੇ ਦਿੱਤੇ ਗਏ, ਪਰ ਉਹਨਾਂ ਨੇ ਉਹਨਾਂ ਮੌਕਿਆਂ ਦਾ ਕੋਈ ਫਾਇਦਾ ਨਾ ਚੁੱਕਿਆ ਅਤੇ ਪਰਮੇਸ਼ਵਰ ਦੀ ਚੇਤਾਵਨੀ ਅਤੇ ਉਸ ਦੇ ਨਿਆਂ ਵੱਲ ਧਿਆਨ ਨਾ ਦਿੱਤਾ। ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਹੈ ਜੀ ਉੱਠਣ ਦਾ ਇਨਾਮ। ਇਸ ਦੇ ਅਧਿਐਨ ਦੇ ਲਈ ਜੋ ਹਵਾਲਾ ਲਿਆ ਗਿਆ ਹੈ ਉਹ ਦਾਨੀਏਲ ਨਬੀ ਦੀ ਪੁਸਤਕ ਦੇ 12 ਅਧਿਆਇ ਦੀ 2 ਤੋਂ 4 ਆਇਤਾਂ ਦੇ ਵਚਨਾਂ ਤੋਂ ਲਿਆ ਗਿਆ ਹੈ। ਇਸ ਦੀ ਰੂਪਰੇਖਾ ਇਸ ਤਰ੍ਹਾਂ ਹੋਏਗੀ। ਨੰਬਰ 1, ਸਮੇਂ ਦੀ ਮਿਆਦ। ਨੰਬਰ 2, ਇਜ਼ਰਾਈਲ ਦਾ ਸਰਦਾਰ। ਨੰਬਰ 3, ਪਰਮੇਸ਼ਵਰ ਦੇ ਲੋਕ। ਇਸ ਦੇ ਵਿੱਚ ਅਸੀਂ ਵੇਖਾਂਗੇ ਬਚਾਏ ਗਏ ਲੋਕ, ਜੀ ਉੱਠੇ ਲੋਕ, ਇਨਾਮ ਪਾਏ ਲੋਕ। ਸਾਡੀ ਬੇਨਤੀ ਹੈ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੋ। ਤੁਸੀਂ ਇਸ ਤੋਂ ਜ਼ਰੂਰ ਆਸ਼ੀਸ਼ ਪਾਓਗੇ। ਤਾਂ ਫਿਰ ਦੋਸਤੋ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰਦੇ ਹਾਂ। ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। रहेगा नाम सदा तीकर मसीदा, रहेगा नाम सदा तीकर मसीदा, रहेगा जद तलक सूरज रहेगा, रहेगा जद तलक सूरज रहेगा। के उस तो बरकता सब लोग पावण, के उस तो बरकता सब लोग पावण, ते कौमा होस्तियां धन्यवाद गावण, ते कौमा होस्तियां धन्यवाद गावण। खुदा दा पाक ना है शान वाला, खुदा दा पाक ना है शान वाला, सदा तीकर मुबारक हो रहेगा, सदा तीकर मुबारक हो। ਜੀ ਉੱਠਣ ਦਾ ਇਨਾਮ। ਦਾਨੀਏਲ 12 ਅਧਿਆਇ 2 ਵਚਨ ਤੋਂ 4 ਵਚਨ ਤੱਕ। ਨੰਬਰ 1, ਸਮੇਂ ਦੀ ਮਿਆਦ।
ਨੰਬਰ 2 ਇਜ਼ਰਾਈਲ ਦਾ ਸਰਦਾਰ, ਨੰਬਰ 3 ਪਰਮੇਸ਼ਰ ਦੇ ਲੋਕ, ਭਾਗ ਊੜਾ ਬਚਾਏ ਗਏ ਲੋਕ, ਭਾਗ ਐੜਾ ਜੀ ਉੱਠੇ ਲੋਕ, ਭਾਗ ਈੜੀ ਇਨਾਮ ਪਾਏ ਹੋਏ ਲੋਕ। ਆਪਣੇ ਵੱਡੇ ਹੋਣ ਦੇ ਦਿਨਾਂ ਤੋਂ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ, ਜੋ ਅਸੀਂ ਐਤਵਾਰ ਦੀਆਂ ਰਾਤਾਂ ਨੂੰ ਚਰਚ ਤੋਂ ਬਾਅਦ ਸਾਰੇ ਜਣੇ ਘਰ ਵਿੱਚ ਆ ਕੇ ਕਰਦੇ ਹੁੰਦੇ ਸੀ, ਅਤੇ ਇਹ ਮੈਨੂੰ ਕਈ ਸਾਲ ਪਿੱਛੇ ਲੈ ਜਾਂਦੇ ਹਨ। ਅਸੀਂ ਐਲਫਰੈਡ ਹਿਚਕੌਕ ਪ੍ਰੈਜੈਸਟ ਵੇਖਦੇ ਹੁੰਦੇ ਸੀ। ਕੀ ਤੁਹਾਨੂੰ ਯਾਦ ਹੈ, ਤੁਸੀਂ ਸਕਰੀਨ ਤੇ ਉਸ ਆਦਮੀ ਦਾ ਚਿਹਰਾ ਅਤੇ ਥੋੜੀ ਜਿਹੀ ਪ੍ਰਮੁੱਖ ਵਿਸ਼ੇਸ਼ਤਾ ਵੇਖਦੇ ਸੀ। ਗੀਤ ਨਾ ਗਾਓ, ਮੈਂ ਜਾਣਦਾ ਹਾਂ ਇਸ ਨਾਲ ਕਿਹੜਾ ਗੀਤ ਚੱਲਦਾ ਸੀ। ਤੁਸੀਂ ਜਾਣਦੇ ਹੋ ਕਿ ਇਹ ਸਭ ਤੋਂ ਦਿਲਚਸਪ ਪ੍ਰੋਗਰਾਮ ਵਿੱਚੋਂ ਇੱਕ ਹੁੰਦਾ ਸੀ। ਮੈਂ ਇਸ ਪ੍ਰੋਗਰਾਮ ਤੋਂ ਬਹੁਤ ਜ਼ਿਆਦਾ ਉਤੇਜਿਤ ਹੋ ਜਾਂਦਾ ਸੀ, ਕਿਉਂਕਿ ਜੇ ਤੁਸੀਂ ਐਲਫਰੈਡ ਹਿਚਕੌਕ ਪ੍ਰੈਜੈਸਟਸ ਬਾਰੇ ਜਾਣਦੇ ਹੋ, ਉਹਨਾਂ ਦਾ ਹਮੇਸ਼ਾ ਕੋਈ ਨਾ ਕੋਈ ਡਰਾਮਾ ਹੁੰਦਾ ਸੀ। ਕਹਾਣੀ ਵਿੱਚ ਕਿਸੇ ਨਾ ਕਿਸੇ ਕਿਸਮ ਦਾ ਰਹੱਸ ਹੁੰਦਾ ਸੀ, ਅਤੇ ਇਹ ਕਦੇ ਸਹੀ ਖਤਮ ਨਹੀਂ ਸੀ ਹੁੰਦਾ, ਕਦੇ ਨਹੀਂ। ਅਤੇ ਮੈਂ ਉੱਥੇ ਬੈਠ ਕੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਸੀ। ਕਈ ਵਾਰ ਅਸੀਂ ਪਰਿਵਾਰ ਦੇ ਸਾਰੇ ਮੈਂਬਰ ਇਸ ਬਾਰੇ ਗੱਲ ਕਰਦੇ ਹੁੰਦੇ ਸੀ, ਇਹ ਕਿਸ ਨੇ ਕੀਤਾ ਹੋਵੇਗਾ, ਅਤੇ ਕੋਈ ਵੀ ਸਮਝ ਨਹੀਂ ਪਾਉਂਦਾ ਸੀ। ਅਤੇ ਕਈ ਵਾਰ ਤਾਂ ਬਹੁਤ ਹੀ ਭੈੜੀ ਗੱਲ ਹੁੰਦੀ ਸੀ, ਜਦੋਂ ਇਹ ਖਤਮ ਹੋ ਜਾਂਦੀ ਸੀ ਤਾਂ ਵੀ ਤੁਹਾਨੂੰ ਪਤਾ ਨਹੀਂ ਸੀ ਲੱਗਦਾ ਕਿ ਇਹ ਕਿਸ ਨੇ ਕੀਤਾ ਸੀ। ਉਹ ਇਸ ਨੂੰ ਅੱਧ ਵਿਚਾਲੇ ਅੜਾਈ ਰੱਖਦੇ ਸਨ। ਮੈਨੂੰ ਉਸ ਨੂੰ ਵੇਖਣ ਤੋਂ ਬਾਅਦ ਉੱਠ ਕੇ ਆਉਣਾ ਅਤੇ ਘਰ ਦੇ ਆਲੇ ਦੁਆਲੇ ਤੂਫਾਨ ਬਾਰੇ ਯਾਦ ਹੈ। ਕਿਸੇ ਨੂੰ ਅੱਧ ਵਿਚਾਲੇ ਇਸ ਤਰ੍ਹਾਂ ਅੜਾਈ ਰੱਖਣਾ ਜਾਇਜ਼ ਨਹੀਂ ਹੈ, ਨਾ ਜਾਣਨਾ ਕਿ ਕੀ ਹੋ ਰਿਹਾ ਹੈ। ਸਾਡੇ ਦਿਲਾਂ ਵਿੱਚ ਚੀਜ਼ਾਂ ਦੇ ਸਹੀ ਤਰ੍ਹਾਂ ਵਰਤਣ ਬਾਰੇ ਇੱਕ ਵੱਡੀ ਇੱਛਾ ਹੁੰਦੀ ਹੈ ਕਿ ਨਹੀਂ? ਅਸੀਂ ਚਾਹੁੰਦੇ ਹਾਂ ਕਿ ਕਹਾਣੀ ਦਾ ਅੰਤ ਸਹੀ ਹੋਵੇ। ਐਲਫਰੈਡ ਹਿਚਕੌਕ ਤੋਂ ਇਲਾਵਾ ਬਹੁਤ ਸਾਰੇ ਨਾਟਕ ਹਨ ਜੋ ਖਤਮ ਹੋ ਜਾਂਦੇ ਹਨ ਅਤੇ ਕਹਾਣੀ ਸੁਣਾ ਦਿੱਤੀ ਜਾਂਦੀ ਹੈ, ਪਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨ ਜੋ ਮੈਂ ਇੱਛਾ ਕਰਦਾ ਹਾਂ ਅਤੇ ਜਾਣਦਾ ਹਾਂ ਕਿ ਅੰਤ ਵਿੱਚ ਨਾ ਹੁੰਦੀਆਂ, ਅਤੇ ਮੈਂ ਉਮੀਦ ਕਰਦਾ ਹਾਂ ਔਰ ਉਸ ਨੂੰ ਕਰਦਾ ਰਹਿੰਦਾ ਹਾਂ। ਉਹ ਆਉਣ ਵਾਲਾ ਸਮਾਂ ਜਾਂ ਅਗਲੇ ਹਫ਼ਤੇ ਸਾਨੂੰ ਉਹਨਾਂ ਕੁਝ ਗੱਲਾਂ ਦਾ ਪਤਾ ਲੱਗ ਜਾਵੇਗਾ, ਅਤੇ ਤੁਹਾਨੂੰ ਕਦੀ ਵੀ ਉਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ। ਜਦੋਂ ਮੈਂ ਦਾਨੀਏਲ ਦੀ ਕਿਤਾਬ ਦੇ ਅੰਤ ਵਿੱਚ ਆਉਂਦਾ ਹਾਂ, ਮੈਂ ਸੋਚਦਾ ਹਾਂ, ਮੇਰੇ ਦਿਲ ਵਿੱਚ ਇਹ ਜਾਣਨ ਦੀ ਡੂੰਘੀ ਇੱਛਾ ਹੈ ਕਿ ਇਸ ਦਾ ਅੰਤ ਕਿਵੇਂ ਹੋਵੇਗਾ। ਦਾਨੀਏਲ ਉਹਨਾਂ ਕੁਝ ਬਹੁਤ ਹੀ ਔਖੇ ਜਾਂ ਮੁਸ਼ਕਲਾਂ ਦਿਨਾਂ ਦੀ ਗੱਲ ਕਰ ਰਿਹਾ ਹੈ, ਜੋ ਉਸ ਦੇ ਲੋਕਾਂ ਲਈ ਆ ਰਹੇ ਹਨ। ਮੈਂ ਜਾਣਨਾ ਚਾਹੁੰਦਾ ਹਾਂ, ਇਸ ਦਾ ਅੰਤ ਕਿਵੇਂ ਹੋਵੇਗਾ। ਮੇਰੀ ਇੱਛਾ ਹੈ ਕਿ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਦਾਨੀਏਲ ਦੀ ਕਿਤਾਬ ਛੱਡੇ ਬਿਨਾਂ ਅਸੀਂ ਇਹ ਸਭ ਸੁਲਝਾ ਨਹੀਂ ਸਕਦੇ, ਅਤੇ ਇਸ ਦਾ ਅੰਤ ਸਹੀ ਹੁੰਦਾ ਹੈ, ਪਰ ਮੈਂ ਤੁਹਾਨੂੰ ਇਹ ਦੱਸ ਨਹੀਂ ਸਕਦਾ। ਅਗਲੇ ਹਫ਼ਤੇ ਅਸੀਂ ਕੁਝ ਹੋਰ ਬੰਦਾਂ ਵਿੱਚ ਜਾਵਾਂਗੇ ਤਾਂ ਕਿ ਅਸੀਂ ਇਸ ਨੂੰ ਪਰਮੇਸ਼ਰ ਦੇ ਮਕਸਦਾਂ ਅਨੁਸਾਰ ਜਾਣ ਸਕੀਏ। ਪਰ ਅਸੀਂ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਉਠਾਵਾਂਗੇ ਕਿ ਇਸ ਸਭ ਦਾ ਅੰਤ ਕਿਵੇਂ ਹੁੰਦਾ ਹੈ। ਇਹ ਹੈ ਉਸ ਦੀ ਰੂਪਰੇਖਾ। ਤੁਸੀਂ ਇਸ ਨੂੰ ਦਿਸ਼ਾ ਚਿੰਨ੍ਹਾਂ ਵਜੋਂ ਵਰਤ ਸਕਦੇ ਹੋ ਤਾਂ ਕਿ ਤੁਸੀਂ ਕਿਤੇ ਰਸਤੇ ਤੋਂ ਭਟਕ ਨਾ ਸਕੋ। ਸਭ ਤੋਂ ਪਹਿਲਾਂ ਅਸੀਂ ਸਮੇਂ ਦੀ ਮਿਆਦ ਬਾਰੇ ਗੱਲ ਕਰਾਂਗੇ। ਦੂਜੀ ਗੱਲ, ਅਸੀਂ ਇਜ਼ਰਾਈਲ ਦੇ ਸਰਦਾਰ ਬਾਰੇ ਗੱਲ ਕਰਾਂਗੇ। ਤੀਜੀ ਗੱਲ, ਅਸੀਂ ਪਰਮੇਸ਼ਰ ਦੇ ਲੋਕਾਂ ਬਾਰੇ ਗੱਲ ਕਰਾਂਗੇ। ਨੰਬਰ 1, ਸਮੇਂ ਦੀ ਮਿਆਦ। ਆਓ ਹੁਣ ਧਿਆਨ ਦੇਈਏ ਕਿ ਮੂਲ ਵਚਨ ਸਾਨੂੰ ਦੱਸਦਾ ਹੈ ਕਿ ਸਾਡੇ ਲਈ ਸਮੇਂ ਦੀ ਮਿਆਦ ਨੂੰ ਸਮਝਣਾ ਮਹੱਤਵਪੂਰਨ ਹੈ। ਪਹਿਲੀ ਐਤ ਵਿੱਚ ਇੱਕ ਵਾਕ ਹੈ ਜਿਸ ਨੂੰ 2 ਵਾਰ ਦੁਹਰਾਇਆ ਗਿਆ ਹੈ। ਉਸ ਵੇਲੇ ਇਹ ਕਹਿੰਦਾ ਹੈ, ਮਿਕਾਇਲ ਖਲੋਤਾ ਹੈ, ਅਤੇ ਐਤ ਦੇ ਅੰਤ ਵਿੱਚ ਇਹ ਕਹਿੰਦਾ ਹੈ, ਉਸ ਵੇਲੇ ਤੇਰੇ ਲੋਕ ਛੁੱਟਣਗੇ। ਜਦ ਕਦੀ ਵੀ ਤੁਸੀਂ ਪਰਮੇਸ਼ਰ ਦੇ ਵਚਨ ਵਿੱਚ ਇਹ ਵੇਖੋ, ਤੁਹਾਨੂੰ ਰੁਕਣ ਅਤੇ ਆਪਣੇ ਆਪ ਕੋਲੋਂ ਇਹ ਸਵਾਲ ਪੁੱਛਣ ਦੀ ਲੋੜ ਹੈ, ਕਿਸ ਵੇਲੇ? ਅਸੀਂ ਕਿਸ ਵੇਲੇ ਦੀ ਗੱਲ ਕਰ ਰਹੇ ਹਾਂ? ਸਪਸ਼ਟ ਹੈ ਕਿ ਜਦੋਂ ਅਸੀਂ ਕਿਤਾਬ ਵਿੱਚ ਮੁੜ ਕੇ 11ਵੇਂ ਅਧਿਆਏ ਵਿੱਚ ਜਾਂਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਦਾਨੀਏਲ 11ਵੇਂ ਅਧਿਆਏ ਨੂੰ 12ਵੇਂ ਅਧਿਆਏ ਨਾਲ ਜੋੜ ਰਿਹਾ ਹੈ। ਅਸੀਂ ਭਵਿੱਖਬਾਣੀ ਦੇ ਮਨਸੂਬੇ ਨੂੰ ਪ੍ਰਗਟ ਕੀਤਾ ਜਿਸ ਨੂੰ ਹਰਮਗਦੋਨ ਦੇ ਯੁੱਧ ਦੇ ਸ਼ਬਦਾਂ ਵਿੱਚ ਸਮਝਿਆ ਜਾਂਦਾ ਹੈ।
ਅਸੀਂ ਸਾਰੀਆਂ ਕੌਮਾਂ ਦੇ ਇਸਰਾਏਲ ਦੇਸ਼ ਵਿੱਚ ਇਕੱਠੇ ਹੋਣ ਅਤੇ ਇੱਕ ਦੂਜੇ ਖਿਲਾਫ ਲੜਨ ਦੀ ਗੱਲ ਕੀਤੀ ਅਤੇ ਫਿਰ ਆਖਿਰ ਵਿੱਚ ਜਦੋਂ ਪ੍ਰਭੂ ਆਪਣੇ ਪ੍ਰਤਾਪ ਵਿੱਚ ਵਾਪਸ ਆਵੇਗਾ, ਉਹ ਇੱਕ ਦੂਜੇ ਨਾਲ ਲੜਨ ਬਾਰੇ ਭੁੱਲ ਜਾਣਗੇ ਅਤੇ ਉਹਨਾਂ ਦਾ ਧਿਆਨ ਪ੍ਰਭੂ ਤੇ ਅਤੇ ਉਸ ਦੀਆਂ ਫੌਜਾਂ ਤੇ ਹੋਵੇਗਾ ਅਤੇ ਇਹ ਬਿਪਤਾ ਜਾਂ ਕਸ਼ਟ ਦੇ ਸਮੇਂ ਦਾ, ਯਾਕੂਬ ਦੇ ਦੁੱਖ ਦੇ ਸਮੇਂ ਦਾ ਮਹਾਨ ਅੰਤ ਹੋ ਜਾਵੇਗਾ। ਇਸ ਲਈ ਜਦੋਂ ਦਾਨੀਏਲ 12ਵੇਂ ਅਧਿਆਇ ਦੀ ਸ਼ੁਰੂਆਤ ਵਿੱਚ ਲਿਖਦਾ ਹੈ, ਉਹ ਉਸ ਸਮੇਂ ਦੀ ਮਿਆਦ ਤੇ ਆਪਣੇ ਧਿਆਨ ਕੇਂਦਰਿਤ ਕਰ ਰਿਹਾ ਹੈ। ਉਹ ਸਮਾਂ ਜਿਸ ਨੂੰ ਅਸੀਂ ਵੱਡੇ ਕਸ਼ਟ ਦੇ ਸਮੇਂ ਵਜੋਂ ਜਾਣਦੇ ਹਾਂ। ਮੈਂ ਚਾਹੁੰਦਾ ਹਾਂ ਕਿ ਅਸੀਂ ਖਾਸ ਕਰਕੇ ਹਰਮਗਿਦੋਨ ਦੇ ਯੁੱਧ ਤੇ ਨਹੀਂ, ਪਰ ਪਵਿੱਤਰ ਵਚਨ ਦੀਆਂ ਕੁਝ ਐਤਾਂ ਤੇ ਨਜ਼ਰ ਮਾਰੀਏ ਜੋ ਸਾਨੂੰ ਦੱਸਦੀਆਂ ਹਨ ਉਸ ਸਮੇਂ ਦੌਰਾਨ ਕੀ ਹੋਵੇਗਾ। ਇਸ ਲਈ ਆਪਣੀਆਂ ਬਾਈਬਲਾਂ ਲਓ ਅਤੇ ਉਤਪਤ ਦੀ ਕਿਤਾਬ ਵੱਲ ਜਾਂਦਿਆਂ ਜ਼ਰਮੀਆਂ ਦੀ ਕਿਤਾਬ ਵਿੱਚ ਵਾਪਸ ਜਾਓ। 30ਵੇਂ ਅਧਿਆਇ ਲੱਭੋ। ਮੈਂ ਚਾਹੁੰਦਾ ਹਾਂ ਅਸੀਂ ਜ਼ਰਮੀਆਂ ਦੀ ਕਿਤਾਬ ਦੇ 30ਵੇਂ ਅਧਿਆਇ ਵਿੱਚ ਕੁਝ ਐਤਾਂ ਪੜ੍ਹੀਏ। ਜਦੋਂ ਇਸ ਗੱਲ ਤੇ ਚਰਚਾ ਕਰਦੇ ਹਾਂ ਕਿ ਪਰਮੇਸ਼ਰ ਕੀ ਕਹਿੰਦਾ ਹੈ ਕਿ ਉਸ ਸਮੇਂ ਵਿੱਚ ਕੀ ਹੋਵੇਗਾ, ਜਿਸ ਦਾ ਹਵਾਲਾ ਦਾਨੀਏਲ 12ਵੇਂ ਅਧਿਆਇ ਵਿੱਚ ਦਿੰਦਾ ਹੈ। ਮੈਂ ਜ਼ਰਮੀਆਂ 30 ਅਧਿਆਇ ਐਤ 3 ਤੋਂ ਪੜ੍ਹਨਾ ਸ਼ੁਰੂ ਕਰ ਰਿਹਾ ਹਾਂ। ਤੁਸੀਂ ਆਪਣੀਆਂ ਬਾਈਬਲਾਂ ਤੇ ਧਿਆਨ ਰੱਖੋ। ਕਿਉਂ ਜੋ ਵੇਖੋ ਉਹ ਦਿਨ ਨਹੀਂ ਆਉਂਦੇ ਹਨ, ਯਹੋਵਾ ਦਾ ਵਾਕ ਹੈ, ਕਿ ਮੈਂ ਆਪਣੀ ਪ੍ਰਜਾ ਇਜ਼ਰਾਈਲ ਅਤੇ ਯਹੂਦਾ ਦੀ ਅਸੀਰੀ ਨੂੰ ਮੁਕਾ ਦਿਆਂਗਾ। ਯਹੋਵਾ ਆਖਦਾ ਹੈ, ਅਤੇ ਮੈਂ ਉਹਨਾਂ ਨੂੰ ਉਸ ਦੇਸ਼ ਵਿੱਚ ਮੋੜ ਲਿਆਵਾਂਗਾ ਜਿਹੜਾ ਮੈਂ ਉਹਨਾਂ ਦੇ ਪਿਓ ਦਾਦਿਆਂ ਨੂੰ ਦਿੱਤਾ ਅਤੇ ਉਹਦੇ ਉੱਤੇ ਉਹ ਕਬਜ਼ਾ ਕਰਨਗੇ। ਇਹ ਉਹ ਗੱਲਾਂ ਹਨ ਜਿਹੜੀਆਂ ਯਹੋਵਾ ਇਜ਼ਰਾਈਲ ਦੇ ਵਿਖੇ ਅਤੇ ਯਹੂਦਾ ਦੇ ਵਿਖੇ ਬੋਲਿਆ ਹੈ। ਯਹੋਵਾ ਇਉਂ ਫਰਮਾਉਂਦਾ ਹੈ, ਅਸੀਂ ਧੜਕਣ ਦੀ ਆਵਾਜ਼ ਸੁਣੀ, ਭੈ ਦੀ ਅਤੇ ਕੋਈ ਸ਼ਾਂਤੀ ਨਹੀਂ। ਹੁਣ ਤੁਸੀਂ ਪੁੱਛੋ ਅਤੇ ਤੁਸੀਂ ਵੇਖੋ ਕਿ ਕਿਸੇ ਨਰ ਨੂੰ ਬੱਚਾ ਜੰਮ ਸਕਦਾ ਹੈ। ਮੈਂ ਕਿਉਂ ਹਰੇਕ ਮਰਦ ਨੂੰ ਵੇਖਦਾ ਹਾਂ ਕਿ ਉਸ ਆਪਣੇ ਹੱਥ ਆਪਣੀਆਂ ਢਾਕਾਂ ਉੱਤੇ ਜਲਣ ਵਾਲੀ ਵਾਂਗੂ ਰੱਖੇ ਹੋਏ ਹਨ। ਕਿਉਂ ਸਾਰਿਆਂ ਦੇ ਮੂੰਹ ਪੀਲੇ ਪੈ ਗਏ ਹਨ। ਹਾਏ, ਉਹ ਦਿਨ ਐਡਾ ਵੱਡਾ ਹੈ ਕਿ ਉਹ ਦੇ ਜਿਹਾ ਹੋਰ ਨਹੀਂ ਹੈ। ਇਹ ਯਾਕੂਬ ਦੇ ਦੁੱਖਾਂ ਦਾ ਵੇਲਾ ਹੈ, ਤਾਂ ਵੀ ਉਹ ਇਸ ਵਿੱਚੋਂ ਬਚ ਜਾਵੇਗਾ। ਉਸ ਦਿਨ ਐ ਹੋਵੇਗਾ, ਸੈਨਾ ਦੇ ਯਹੋਵਾ ਦਾ ਵਾਕ ਹੈ, ਕਿ ਮੈਂ ਤੇਰੀ ਧੌਣ ਉੱਤੋਂ ਉਹਦਾ ਜੂਲਾ ਭੰਨ ਸੁੱਟਾਂਗਾ। ਮੈਂ ਤੇਰੇ ਬੰਧਨ ਖੋਲ ਦਿਆਂਗਾ ਅਤੇ ਓਪਰੇ ਫਿਰ ਉਹਦੇ ਕੋਲ ਟਹਿਲ ਨਾ ਕਰਾਉਣਗੇ। ਪਰ ਯਹੋਵਾ ਆਪਣੇ ਪਰਮੇਸ਼ਰ ਦੀ ਅਤੇ ਦਾਊਦ ਆਪਣੇ ਪਾਤਸ਼ਾਹ ਦੀ, ਜਿਹਨੂੰ ਮੈਂ ਉਹਨਾਂ ਲਈ ਖੜਾ ਕਰਾਂਗਾ, ਟਹਿਲ ਕਰਨਗੇ। ਜ਼ਰਮੀਆਂ 30 ਅਧਿਆਇ 3 ਵਚਨ ਤੋਂ ਲੈ ਕੇ 9 ਵਚਨ ਤੱਕ ਅਸੀਂ ਪੜ੍ਹਿਆ ਹੈ। ਜ਼ਰਮੀਆ ਨਬੀ ਕਹਿੰਦਾ ਹੈ ਕਿ ਯਾਕੂਬ ਦੇ ਦੁੱਖ ਦਾ ਸਮਾਂ ਇੱਕ ਕੌਮ ਲਈ ਜੰਮਣ ਦੀ ਪੀੜਾ ਵਰਗਾ ਹੋਵੇਗਾ। ਜਿਵੇਂ ਇੱਕ ਕੌਮ ਜੰਮਣ ਦੀ ਪੀੜਾ ਦਾ ਅਨੁਭਵ ਕਰਦੀ ਹੈ, ਸਾਰੀ ਕੌਮ ਉਸ ਨਾਲ ਵਿਸ਼ਵਾਸ ਕਰਨ ਯੋਗ ਦੁੱਖ ਵਿੱਚੋਂ ਗੁਜ਼ਰੇਗੀ, ਜਿਸ ਨੂੰ ਇੱਕ ਬੱਚਾ ਜੰਮਣ ਵਾਲੀ ਔਰਤ ਹੀ ਸਮਝ ਸਕਦੀ ਹੈ। ਇਹ ਦੁੱਖ ਅਤੇ ਕਸ਼ਟ ਦਾ ਭਿਆਨਕ ਸਮਾਂ ਹੈ। ਅਸਲ ਵਿੱਚ ਪਵਿੱਤਰ ਵਚਨ ਕਹਿੰਦਾ ਹੈ, ਇਹ ਉਹੀ ਜਿਹਾ ਸਮਾਂ ਹੈ ਜਿਹੋ ਜਿਹਾ ਦੁਨੀਆ ਵਿੱਚ ਕਦੀ ਨਹੀਂ ਹੋਇਆ। ਤੁਸੀਂ ਹੈਰੋਦੇਸ਼ ਅਧੀਨ ਇਸਰਾਏਲ ਕੌਮ ਨਾਲ ਹੋਈਆਂ ਵੱਡੀਆਂ ਅਤੇ ਭਿਆਨਕ ਗੱਲਾਂ ਨੂੰ ਅਤੇ ਹਿਟਲਰ ਅਧੀਨ ਹੋਈਆਂ ਵੱਡੀਆਂ ਅਤੇ ਭਿਆਨਕ ਗੱਲਾਂ ਨੂੰ ਲੈ ਕੇ ਉਹਨਾਂ ਨੂੰ ਵੱਧ ਤੋਂ ਵੱਧ ਚੜ੍ਹਾ ਕੇ ਦੱਸ ਸਕਦੇ ਹੋ, ਅਤੇ ਫਿਰ ਵੀ ਤੁਸੀਂ ਉਸ ਨੂੰ ਨਹੀਂ ਛੂ ਸਕਦੇ ਜੋ ਕਸ਼ਟ ਦੇ ਸਮੇਂ ਦੌਰਾਨ ਹੋਵੇਗਾ। ਅਤੇ ਜ਼ਰਮੀਆ ਕਹਿੰਦਾ ਹੈ, ਇਹ ਇੱਕ ਕੌਮੀ ਪੀੜਾ ਵਰਗੀ ਹੋਵੇਗੀ। ਮੈਂ ਨਹੀਂ ਸੋਚਦਾ ਕਿ ਇੱਕ ਔਰਤ ਦੀਆਂ ਜੰਮਣ ਦੀਆਂ ਪੀੜਾਂ ਨਾਲੋਂ ਵੱਧ ਹੋਰ ਕੋਈ ਦੁਖਦਾਇਕ ਪੀੜਾ ਹੈ। ਮੈਂ ਜਾਣਦਾ ਹਾਂ ਤੁਹਾਡੇ ਵਿੱਚੋਂ ਕੁਝ ਆਦਮੀ ਇਸ ਸਾਰੀ ਪ੍ਰਕਿਰਿਆ ਨੂੰ ਵੇਖ ਚੁੱਕੇ ਹਨ। ਤੁਸੀਂ ਲੇਬਰ ਰੂਮ ਜਾਂ ਉਸ ਕਮਰੇ ਵਿੱਚ ਗਏ ਹੋਵੋਗੇ ਜਿੱਥੇ ਬੱਚਾ ਜੰਮਦਾ ਹੈ, ਅਤੇ ਤੁਸੀਂ ਇਹ ਆਪਣੇ ਅੱਖੀਂ ਵੇਖਿਆ ਹੋਵੇਗਾ ਅਤੇ ਇੱਕ ਖੂਬਸੂਰਤ ਅਨੁਭਵ ਕੀਤਾ ਹੋਵੇਗਾ। ਮੈਂ ਤੁਹਾਨੂੰ ਦੱਸਦਾ ਹਾਂ, ਬਹੁਤ ਸਾਰੇ ਆਦਮੀ ਹਨ ਜਿਨ੍ਹਾਂ ਨੇ ਇਹ ਅਨੁਭਵ ਕੀਤਾ ਹੈ। ਉਹਨਾਂ ਨੇ ਮੈਨੂੰ ਇਸ ਬਾਰੇ ਦੱਸਿਆ ਹੈ। ਮੈਂ ਇਹ ਅਨੁਭਵ ਨਹੀਂ ਕੀਤਾ। ਅਸਲ ਵਿੱਚ ਜਦੋਂ ਸਾਡੇ ਆਖਰੀ ਬੱਚੇ ਨੇ ਜਨਮ ਲਿਆ, ਜਦੋਂ ਮੇਰੀ ਪਤਨੀ ਨੂੰ ਡਿਲੀਵਰੀ ਰੂਮ ਜਾਂ ਜਿੱਥੇ ਬੱਚਾ ਪੈਦਾ ਹੁੰਦਾ ਹੈ ਉਸ ਕਮਰੇ ਵਿੱਚ ਲਿਜਾਇਆ ਜਾ ਰਿਹਾ ਸੀ, ਡਾਕਟਰ ਨੇ ਨਰਸ ਨੂੰ ਪੁੱਛਿਆ ਕਿ ਉਹ ਤਿਆਰ ਹੈ, ਅਤੇ ਨਰਸ ਨੇ ਜਵਾਬ ਦਿੱਤਾ, ਨਹੀਂ। ਪਰ ਮੈਂ ਨਹੀਂ ਸੋਚਦੀ ਕਿ ਉਸ ਦਾ ਪਤੀ ਹੋਰ ਇੰਤਜ਼ਾਰ
ਕਰ ਸਕਦਾ ਹੈ। ਮੈਂ ਇਸ ਤਰ੍ਹਾਂ ਦਾ ਹਾਂ। ਮੈਂ ਜਿਸ ਕਿਸੇ ਨੂੰ ਪਿਆਰ ਕਰਦਾ ਹਾਂ ਉਸ ਨੂੰ ਪੀੜ ਵਿੱਚ ਨਹੀਂ ਵੇਖ ਸਕਦਾ, ਅਤੇ ਮੈਂ ਇਮਾਨਦਾਰੀ ਨਾਲ ਕਹਿ ਸਕਦਾ ਹਾਂ ਕਿ ਜੇ ਪਰਮੇਸ਼ਰ ਨੇ ਔਰਤ ਦੇ ਦਿਮਾਗ ਵਿੱਚ ਬੱਚੇ ਨੂੰ ਜੰਮਣ ਦੀ ਪੀੜਾ ਨੂੰ ਇੰਨਾ ਅਨੋਖਾ ਅਤੇ ਚਮਤਕਾਰੀ ਢੰਗ ਨਾਲ ਬਸ ਵਿੱਚ ਰੱਖਣ ਦੀ ਸਾਮਰਥ ਨਾ ਦਿੱਤੀ ਹੁੰਦੀ, ਤਾਂ ਮੈਨੂੰ ਸ਼ੱਕ ਹੈ ਕਿ ਅਸੀਂ ਇੱਕ ਤੋਂ ਵੱਧ ਬੱਚਾ ਨਾ ਜੰਮਦੇ। ਇਹ ਇੰਨਾ ਦਰਦਨਾਕ ਸਮਾਂ ਹੁੰਦਾ ਹੈ। ਬਾਈਬਲ ਕਹਿੰਦੀ ਹੈ ਕਿ ਉਸ ਦਿਨ ਜਦੋਂ ਇਜ਼ਰਾਈਲ ਕਸ਼ਟ ਦੇ ਸਮੇਂ ਵਿੱਚ ਹੋਵੇਗਾ, ਇਹ ਸਮਾਂ ਸਾਰੇ ਦੇਸ਼ ਲਈ ਜੰਮਣ ਦੀ ਪੀੜਾ ਵਰਗਾ ਹੋਵੇਗਾ। ਸਾਰੇ ਦੇਸ਼ ਦੀ ਪੀੜਾ ਵਿੱਚ ਹੋਵੇਗਾ। ਉਹ ਆਪਣੀ ਇਸ ਕਿਤਾਬ ਵਿੱਚ ਇੱਕ ਮਰਦ ਨੂੰ ਵੇਖਣ ਦੀ ਗੱਲ ਕਰਦਾ ਹੈ, ਜਿਸ ਨੇ ਜੰਮਣ ਵਾਲੀ ਔਰਤ ਵਾਂਗੂ ਆਪਣੇ ਹੱਥ ਟਾਕਾਂ ਤੇ ਰੱਖੇ ਹੋਏ ਹਨ। ਜਰਮੀਆ ਇਸ ਵੱਡੇ ਕਸ਼ਟ ਨੂੰ ਵਿਸਤਾਰ ਰੂਪ ਵਿੱਚ ਪੇਸ਼ ਕਰਦਾ ਹੈ। ਬਾਈਬਲ ਅੱਗੇ ਜਰਮੀਆ ਦੀ ਕਿਤਾਬ ਦੇ 14ਵੇਂ ਅਧਿਆਇ ਵਿੱਚ ਆਖਦੀ ਹੈ, ਵੇਖੋ ਯਹੋਵਾ ਦਾ ਦਿਨ ਆ ਰਿਹਾ ਹੈ ਅਤੇ ਤੁਹਾਡੀ ਲੁੱਟ ਦਾ ਮਾਲ ਤੁਹਾਡੇ ਆਪਣੇ ਵਿੱਚ ਵੰਡਿਆ ਜਾਵੇਗਾ, ਕਿਉਂਕਿ ਮੈਂ ਸਾਰੀਆਂ ਕੌਮਾਂ ਨੂੰ ਯਰੂਸ਼ਲਮ ਵਿੱਚ ਲੜਨ ਲਈ ਇਕੱਠਿਆ ਕਰਾਂਗਾ। ਸ਼ਹਿਰ ਹਿਲਾਇਆ ਜਾਵੇਗਾ, ਘਰਾਂ ਤੇ ਹੁੰਜਾ ਫਿਰ ਜਾਵੇਗਾ ਅਤੇ ਤੀਵੀਆਂ ਮਸਤ ਕਰਨਗੀਆਂ ਅਤੇ ਅੱਧਾ ਸ਼ਹਿਰ ਗੁਲਾਮੀ ਵਿੱਚ ਚਲਾ ਜਾਵੇਗਾ, ਪਰ ਲੋਕਾਂ ਦਾ ਬਕੀਆ ਸ਼ਹਿਰ ਤੋਂ ਵੱਖ ਕਰ ਦਿੱਤਾ ਜਾਵੇਗਾ। ਜੇ ਤੁਸੀਂ ਹੁਣ ਆਪਣੀਆਂ ਬਾਈਬਲਾਂ ਲਓਗੇ ਅਤੇ ਦਾਨੀਏਲ ਦੀ ਕਿਤਾਬ ਵਿੱਚ ਆਪਣਾ ਹੱਥ ਰੱਖੀ ਨਵੇਂ ਨੇਮ ਵਿੱਚ ਮੱਤੀ ਦੀ ਅੰਜੀਲ ਵਿੱਚ ਜਾਓਗੇ, ਮੈਂ ਚਾਹੁੰਦਾ ਹਾਂ ਤੁਸੀਂ ਆਪਣੀਆਂ ਬਾਈਬਲਾਂ ਧਿਆਨ ਰੱਖਦੇ ਹੋਏ ਮੇਰੇ ਨਾਲ ਇਸ ਕਸ਼ਟ ਦੇ ਸਮੇਂ ਬਾਰੇ ਉਹ ਪੜ੍ਹੋ ਜੋ ਬਾਈਬਲ ਕਹਿੰਦੀ ਹੈ। 21 ਐਤ ਤੋਂ ਸ਼ੁਰੂ ਕਰਦੇ ਹਾਂ। ਕਿਉਂ ਜੋ ਉਸ ਸਮੇਂ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢ ਤੋਂ ਲੈ ਕੇ ਹੁਣ ਤੋੜੀ ਨਹੀਂ ਹੋਇਆ ਅਤੇ ਨਾ ਕਦੇ ਹੋਵੇਗਾ। ਔਰ ਜੇ ਉਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਸਰੀਰ ਨਾ ਬਚਦਾ, ਪਰ ਉਹ ਦਿਨ ਚੁਣਿਆ ਹੋਇਆਂ ਦੀ ਖਾਤਰ ਘਟਾਏ ਜਾਣਗੇ। ਤਦ ਜੇ ਕੋਈ ਤੁਹਾਨੂੰ ਆਖੇ ਵੇਖੋ ਮਸੀਹ ਇੱਥੇ ਹੈ ਜਾਂ ਉੱਥੇ ਹੈ, ਤਾਂ ਸੱਚ ਨਾ ਮੰਨਣਾ, ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਔਰ ਅਜਿਹੇ ਵੱਡੇ ਨਿਸ਼ਾਨ ਅਤੇ ਅਚਰਜ ਕੰਮ ਵਿਖਾਉਣਗੇ ਕਿ ਜੇ ਹੋ ਸਕਦਾ ਤਾਂ ਉਹ ਚੁਣਿਆ ਹੋਇਆਂ ਨੂੰ ਵੀ ਭੁਲਾਵੇਂ ਵਿੱਚ ਪਾ ਦਿੰਦੇ। ਵੇਖੋ ਮੈਂ ਤੁਹਾਨੂੰ ਅੱਗੋਂ ਹੀ ਦੱਸ ਦਿੱਤਾ ਹੈ, ਇਸ ਲਈ ਜੋ ਉਹ ਤੁਹਾਨੂੰ ਆਖਣ ਵੇਖੋ ਉਹ ਉਜਾੜ ਵਿੱਚ ਹੈ ਤਾਂ ਬਾਹਰ ਨਾ ਜਾਣਾ, ਵੇਖੋ ਉਹ ਅੰਦਰਲੀਆਂ ਕੋਠੜੀਆਂ ਵਿੱਚ ਹੈ ਤਾਂ ਸੱਤ ਨਾ ਮੰਨਣਾ। ਕਿਉਂਕਿ ਜਿਸ ਤਰ੍ਹਾਂ ਬਿਜਲੀ ਚੜ੍ਹਦਿਓਂ ਚਮਕਾਰਾ ਮਾਰ ਕੇ ਲਹਿੰਦੇ ਤਿੱਕਰ ਦਿਸਦੀ ਹੈ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ। ਜਿੱਥੇ ਮੁਰਦਾਰ ਹੈ ਉੱਥੇ ਗਿਲਜਾਂ ਇਕੱਠੀਆਂ ਹੋਣਗੀਆਂ। ਮੱਤੀ 24 ਅਧਿਆਇ 21 ਵਚਨ ਤੋਂ ਲੈ ਕੇ 28 ਵਚਨਾਂ ਤੱਕ। ਮੱਤੀ ਦੀ ਅੰਜੀਲ ਵਿੱਚ ਸਾਡੇ ਪ੍ਰਭੂ ਯੀਸ਼ੂ ਦੇ ਸ਼ਬਦ ਇਸ ਗੱਲ ਦਾ ਵਰਣਨ ਕਰਦੇ ਹਨ ਕਿ ਵੱਡੇ ਕਸ਼ਟ ਦਾ ਸਮਾਂ ਇੰਨਾ ਕਸ਼ਟਦਾਇਕ ਹੋਵੇਗਾ ਕਿ ਜੋ ਜਗਤ ਦੇ ਮੁੱਢ ਤੋਂ ਲੈ ਕੇ ਹੁਣ ਤੋੜੀ ਨਹੀਂ ਹੋਇਆ ਅਤੇ ਨਾ ਕਦੀ ਹੋਵੇਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਸ ਸਮੇਂ ਬਾਰੇ ਅਸੀਂ ਗੱਲ ਕਰ ਰਹੇ ਹਾਂ, ਜਿਸ ਨੂੰ ਦਾਨੀਏਲ ਕਹਿੰਦਾ ਹੈ, ਉਸ ਵੇਲੇ ਇਹ ਉਸ ਸਮੇਂ ਦੀ ਗੱਲ ਕਰਦਾ ਹੈ ਜੋ ਯਹੂਦੀ ਲੋਕਾਂ ਲਈ ਵੱਡਾ ਕਸ਼ਟ ਦਾ ਸਮਾਂ ਹੈ। ਅਸਲ ਵਿੱਚ ਅਸੀਂ ਇਸ ਤੇ ਨਜ਼ਰ ਨਹੀਂ ਮਾਰਾਂਗੇ, ਪਰ ਜੇ ਤੁਹਾਡੇ ਕੋਲ ਸਮਾਂ ਹੈ ਅਤੇ ਤੁਹਾਨੂੰ ਪਵਿੱਤਰ ਵਚਨ ਪੜ੍ਹਨ ਦਾ ਮਜ਼ਾ ਆਉਂਦਾ ਹੈ, ਮੈਂ ਚਾਹੁੰਦਾ ਹਾਂ ਤੁਸੀਂ ਪ੍ਰਕਾਸ਼ ਦੀ ਪੋਥੀ ਵਿੱਚ ਜਾਓ ਅਤੇ 6ਵੇਂ ਅਧਿਆਇ ਤੋਂ ਸ਼ੁਰੂ ਕਰਕੇ 6 ਅਧਿਆਇ ਤੋਂ ਲੈ ਕੇ 19 ਅਧਿਆਇ ਤੱਕ ਪੜ੍ਹੋ। ਇਹ ਅਧਿਆਇ ਕਸ਼ਟ ਦੇ ਸਮੇਂ ਦਾ ਇੰਨਾ ਵਿਸਥਾਰ ਸ਼ਬਦਾਂ ਵਿੱਚ ਚਰਚਾ ਕਰਦੇ ਹਨ ਕਿ ਤੁਸੀਂ ਗਲਤ ਨਹੀਂ ਸਮਝ ਸਕਦੇ। ਦਰਅਸਲ ਮੈਂ ਉਹਨਾਂ ਕੁਝ ਸ਼ਬਦਾਂ ਨੂੰ ਲਿਆ ਹੈ ਅਤੇ ਉਹਨਾਂ ਦੀ ਸੂਚੀ ਤਿਆਰ ਕੀਤੀ ਹੈ ਤਾਂ ਜੋ ਮੈਂ ਉਹਨਾਂ ਨੂੰ ਤੁਹਾਨੂੰ ਦੇ ਸਕਾਂ ਅਤੇ ਤੁਹਾਨੂੰ ਉਸ ਗੱਲ ਦੀ ਸਮਝ ਲੱਗ ਜਾਵੇ ਜਿਸ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਜਦੋਂ ਮੈਂ ਤੁਹਾਡੇ ਨਾਲ ਉਸ ਸਮੇਂ ਬਾਰੇ ਚਰਚਾ ਕਰਾਂ ਕਿ ਜਿਸ ਸਮੇਂ ਬਾਰੇ ਅਸੀਂ ਇੱਥੇ ਗੱਲ ਕਰ ਰਹੇ ਹਾਂ, ਉਹ ਕੌਮੀ ਜਾਂ ਰਾਸ਼ਟਰੀ ਮੁਸੀਬਤ ਦਾ ਸਮੇਂ ਹੈ। ਪ੍ਰਕਾਸ਼ ਦੀ ਪੋਥੀ 6 ਅਧਿਆਇ ਤੋਂ 19 ਅਧਿਆਇ ਯੁੱਧ ਅਤੇ ਕਾਲ ਅਤੇ 25% ਦੁਨੀਆ ਦੇ ਘਾਤ ਕੀਤੇ ਜਾਣੇ ਅਤੇ ਆਕਾਸ਼ ਦੇ ਡਿੱਗਣ, ਧਰਤੀ ਦੇ 1/3 ਹਿੱਸੇ ਦੇ ਤਬਾਹ ਹੋਣ ਅਤੇ ਸਮੁੰਦਰ ਦੇ 1/3 ਹਿੱਸੇ ਦਾ ਨਾਸ਼ ਹੋਣ ਅਤੇ ਸਮੁੰਦਰ ਵਿੱਚ ਜੀਵਾਂ ਅਤੇ ਸਮੁੰਦਰ ਵਿੱਚ ਬੇੜੀਆਂ ਦਾ ਤਬਾਹ ਹੋਣ ਅਤੇ ਤਾਜ਼ੇ ਪਾਣੀ ਦਾ 1/3 ਹਿੱਸੇ ਦਾ ਤਬਾਹ ਹੋਣ ਅਤੇ ਸੂਰਜ ਤਾਰਿਆਂ ਦਾ 1/3 ਹਿੱਸੇ ਦਾ ਨਾਸ਼ ਹੋਣ ਅਤੇ ਧਰਤੀ ਨੂੰ ਕੁਚਲਣ ਲਈ ਨਰਕ ਦੇ ਦੁਸ਼ਟ ਆਤਮਾ ਨੂੰ ਰਿਹਾ ਕਰ, ਦਰਿੰਦੇ ਅਤੇ ਝੂਠੇ ਨਬੀ
ਘਾਤ ਕੀਤੇ ਜਾਣ, ਮਨੁੱਖਾਂ ਦੇ ਸਰੀਰਾਂ ਤੇ ਫੋੜੇ ਨਿਕਲਣ ਅਤੇ ਸੂਰਜ ਦੀ ਤਪਤ ਜੋ ਲੋਕਾਂ ਨੂੰ ਮੌਤ ਤੱਕ ਝੁਲਸਾ ਦੇਵੇਗੀ, ਧਰਤੀ ਹਨੇਰੇ ਦੁਆਰਾ ਢੱਕੀ ਜਾਣ ਅਤੇ ਦਰਦ ਅਤੇ ਫੋੜੇ ਅਤੇ ਹੋਰ ਦੁਸ਼ਟ ਆਤਮਾ ਅਤੇ ਇਸ ਤਰ੍ਹਾਂ ਹੋਰ ਕੋਈ ਗੱਲਾਂ ਬਾਰੇ ਦੱਸਦੇ ਹਨ। ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਵੱਡਾ ਕਸ਼ਟ ਉਸ ਦੁੱਖ ਨਾਲੋਂ ਕਿਤੇ ਵੱਡਾ ਹੋਵੇਗਾ ਜਿਸ ਨੂੰ ਅਸੀਂ ਹੁਣ ਜਾਣਦੇ ਹਾਂ। ਇਸ ਦਾ ਸਗੋਂ ਉਸ ਸ਼੍ਰੇਣੀ ਵਿੱਚ ਜ਼ਿਕਰ ਵੀ ਨਹੀਂ ਕੀਤਾ ਗਿਆ। ਸੰਸਾਰ ਨੇ ਇਸ ਨੂੰ ਕਦੀ ਨਹੀਂ ਵੇਖਿਆ, ਨਾ ਹੀ ਇਹ ਉਸ ਨੂੰ ਸਮਝ ਸਕਦਾ ਹੈ ਅਤੇ ਨਾ ਹੀ ਯਾਕੂਬ ਦੇ ਦੁੱਖ ਦੇ ਸਮੇਂ ਦੀ ਭਿਆਨਕ ਪੀੜਾ ਅਤੇ ਸਤੰਪ ਨੂੰ ਸਮਝਣ ਦੀ ਦਹਲੀਜ਼ ਵਿੱਚ ਦਾਖਲ ਹੋ ਸਕਦਾ ਹੈ। ਦਾਨੀਏਲ ਦੇ 70 ਸਾਤੇ ਜਦੋਂ ਸਾਰਾ ਨਰਕ ਇਸ ਧਰਤੀ ਤੇ ਆਜ਼ਾਦ ਕੀਤਾ ਜਾਵੇਗਾ ਅਤੇ ਇਸਰਾਇਲ ਦਾ ਨਿਆਂ ਕੀਤਾ ਜਾਵੇਗਾ, ਇਹ ਉਹ ਸਮਾਂ ਹੈ ਜਦੋਂ ਦਾਨੀਏਲ ਕਹਿੰਦਾ ਹੈ ਉਸ ਸਮੇਂ ਉਹ ਵੱਡਾ ਕਸ਼ਟ ਦੀ ਗੱਲ ਕਰ ਰਿਹਾ ਹੈ। ਨੰਬਰ 2, ਇਸਰਾਇਲ ਦਾ ਸਰਦਾਰ। ਇਹ ਸਾਨੂੰ ਦੂਜੀ ਗੱਲ ਇਸਰਾਇਲ ਦੇ ਸਰਦਾਰ ਵੱਲ ਲੈ ਕੇ ਆਉਂਦਾ ਹੈ ਅਤੇ ਪਹਿਲੀ ਐਤ ਵਿੱਚ ਕੁਝ ਦਿਲਚਸਪ ਪੜ੍ਹਦੇ ਹਾਂ। ਇਹ ਕਹਿੰਦੀ ਹੈ, ਉਸ ਵੇਲੇ ਮਿਕਾਇਲ ਉਹ ਵੱਡਾ ਸਰਦਾਰ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖਲੋਤਾ ਹੈ। ਦਾਨੀਏਲ 12 ਅਧਿਆਇ 1 ਵਚਨ। ਹੁਣ ਇੱਥੇ ਫਿਰ ਸਾਡੀ ਜਾਣ ਪਛਾਣ ਮਿਕਾਇਲ ਸਰਦਾਰ ਇਸਰਾਇਲ ਦੇ ਸਰਦਾਰ ਨਾਲ ਕਰਾਈ ਗਈ ਹੈ। ਜੇ ਤੁਹਾਨੂੰ ਦਾਨੀਏਲ ਦੇ ਇਸ ਸਮੇਂ ਦੌਰਾਨ ਦੂਤਾਂ ਬਾਰੇ ਸਾਡਾ ਅਧਿਐਨ ਕਰਨਾ ਯਾਦ ਹੈ, ਅਸੀਂ ਸਿੱਖਿਆ ਸੀ ਕਿ ਮਿਕਾਇਲ ਪਰਮੇਸ਼ਰ ਦਾ ਮਹਾਦੂਤ ਹੈ। ਉਹ ਪਰਮੇਸ਼ਰ ਦਾ ਸਭ ਤੋਂ ਸ਼ਕਤੀਸ਼ਾਲੀ ਦੂਤ ਹੈ। ਉਸ ਨੂੰ ਇਸਰਾਇਲ ਵਿੱਚ ਇਖਤਿਆਰ ਦਿੱਤਾ ਗਿਆ ਹੈ ਅਤੇ ਉਹ ਸਵਰਗ ਦਾ ਸਭ ਤੋਂ ਮਹਾਦੂਤ ਹੈ। ਜਦੋਂ ਵੀ ਤੁਸੀਂ ਝਗੜਾ ਵੇਖਦੇ ਹੋ ਤਾਂ ਤੁਸੀਂ ਹਮੇਸ਼ਾ ਮਿਕਾਇਲ ਨੂੰ ਝਗੜੇ ਵਿੱਚ ਸ਼ਾਮਲ ਵੇਖਦੇ ਹੋ। ਉਦਾਹਰਨ ਲਈ ਆਪਣੀਆਂ ਬਾਈਬਲਾਂ ਲਓ ਅਤੇ ਮੁੜ ਪ੍ਰਕਾਸ਼ ਦੀ ਪੋਥੀ ਵਿੱਚ ਚਲੋ ਅਤੇ ਫਿਰ ਇਸ ਤੋਂ ਪਹਿਲਾਂ ਜੋ ਕਿਤਾਬ ਹੈ ਅਰਥਾਤ ਯਹੂਦਾ ਦੀ ਕਿਤਾਬ ਦੀ ਸ਼ੁਰੂਆਤ ਵਿੱਚ ਆਓ। ਮੈਂ ਤੁਹਾਨੂੰ ਨਹੀਂ ਦੱਸਾਂਗਾ ਕਿ ਕਿਹੜਾ ਅਧਿਆਇ। ਜੇ ਤੁਸੀਂ ਆਪਣੀਆਂ ਬਾਈਬਲਾਂ ਬਾਰੇ ਜਾਣਦੇ ਹੋ ਤਾਂ ਤੁਸੀਂ ਇਹ ਵੀ ਜਾਣਦੇ ਹੋਵੋਗੇ ਕਿ ਯਹੂਦਾ ਦਾ ਸਿਰਫ ਇੱਕੋ ਹੀ ਅਧਿਆਇ ਹੈ। ਅਸੀਂ ਉਸ ਦੀ 9 ਐਤ ਨੂੰ ਵੇਖਣਾ ਚਾਹਾਂਗਾ। ਇੱਥੇ ਇਹ ਬਹੁਤ ਹੀ ਦਿਲਚਸਪ ਐਤ ਹੈ ਜਿਸ ਦਾ ਸਬੰਧ ਮਿਕਾਇਲ ਨਾਲ ਹੈ। ਇਹ ਕਹਿੰਦੀ ਹੈ ਕਿ ਮਹਾਦੂਤ ਮਿਕਾਇਲ ਜਾਂ ਸ਼ੈਤਾਨ ਨਾਲ ਝਗੜਾ ਕਰਕੇ ਮੂਸਾ ਦੀ ਲੋਥ ਦੇ ਵਿਖੇ ਵਿਵਾਦ ਕਰਦਾ ਸੀ ਤਾਂ ਉਹਦਾ ਹਿਉਂ ਨਾ ਪਿਆ ਭਾਈ ਮਿਹਣਾ ਮਾਰ ਕੇ ਉਸ ਉੱਤੇ ਦੋਸ਼ ਲਾਵੇ, ਸਗੋਂ ਇਹ ਆਖਿਆ ਭਾਈ ਪ੍ਰਭੂ ਤੈਨੂੰ ਸਮਝੇ। ਪਵਿੱਤਰ ਵਚਨ ਕਹਿੰਦਾ ਹੈ ਕਿ ਮਿਕਾਇਲ ਦਾ ਸ਼ੈਤਾਨ ਨਾਲ ਝਗੜਾ ਹੋ ਗਿਆ ਅਤੇ ਉਸ ਦਾ ਝਗੜਾ ਯਹੂਦੀ ਬਵਿਸਥਾ ਦੇਣ ਵਾਲੇ ਮੂਸਾ ਦੇ ਮਰਨ ਤੋਂ ਬਾਅਦ ਉਸ ਦੀ ਲੋਥ ਤੇ ਸੀ ਅਤੇ ਪਵਿੱਤਰ ਵਚਨ ਕਹਿੰਦਾ ਹੈ ਕਿ ਮਿਕਾਇਲ ਸ਼ੈਤਾਨ ਨਾਲ ਆਪਣੇ ਝਗੜੇ ਵਿੱਚ ਸ਼ੈਤਾਨ ਦੇ ਖਿਲਾਫ ਦੋਸ਼ ਨਾ ਲਾ ਸਕਿਆ, ਪਰ ਉਸ ਨੇ ਉਸ ਨੂੰ ਪ੍ਰਭੂ ਹਵਾਲੇ ਕਰ ਦਿੱਤਾ। ਪਰ ਤੁਸੀਂ ਮਿਕਾਇਲ ਨੂੰ ਮੁਕਾਬਲੇ ਵਿੱਚ ਵੇਖਦੇ ਹੋ ਅਤੇ ਉਹ ਯਹੂਦੀ ਬਵਿਸਥਾ ਦੇਣ ਵਾਲੇ ਮੂਸਾ ਦੀ ਲੋਥ ਤੋਂ ਝਗੜ ਰਿਹਾ ਹੈ। ਜੇ ਤੁਸੀਂ ਵਾਪਸ ਦਾਨੀਏਲ ਦੀ ਕਿਤਾਬ ਵਿੱਚ ਜਾਓਗੇ, ਮੈਂ ਤੁਹਾਨੂੰ ਉਹ ਚੇਤੇ ਕਰਾਉਣਾ ਚਾਹੁੰਦਾ ਹਾਂ ਜੋ ਅਸੀਂ ਮਿਕਾਇਲ ਬਾਰੇ ਪਹਿਲਾਂ ਹੀ ਸਿੱਖ ਚੁੱਕੇ ਹਾਂ। 10ਵੇਂ ਅਧਿਆਇ ਦੀ 13ਵੀਂ ਐਤ ਕਹਿੰਦੀ ਹੈ, ਪਰ ਫਾਰਸ ਦੇ ਰਾਜ ਦੇ ਪ੍ਰਧਾਨ ਨੇ ਮੈਨੂੰ 21 ਦਿਨਾਂ ਤੀਕਰ ਅਟਕਾ ਛੱਡਿਆ। ਵੇਖ, ਮਿਕਾਇਲ ਜੋ ਪ੍ਰਧਾਨਾਂ ਵਿੱਚੋਂ ਵੱਡਾ ਹੈ ਮੇਰੀ ਸਹਾਇਤਾ ਨੂੰ ਪਹੁੰਚਿਆ, ਸੋ ਮੈਂ ਉੱਥੇ ਫਾਰਸ ਦੇ ਰਾਜਿਆਂ ਨਾਲ ਰਿਹਾ। ਦਾਨੀਏਲ 10 ਅਧਿਆਇ 13 ਵਚਨ। ਇੱਥੇ ਉਹ ਇਸਰਾਇਲ ਲਈ ਅਤੇ ਹੋਰ ਕੌਮਾਂ ਲਈ ਝਗੜਨ ਵਿੱਚ ਸ਼ਾਮਲ ਹੈ। 10ਵੇਂ ਅਧਿਆਇ ਦੀ 21 ਐਤ ਵੇਖੋ, ਪਰ ਮੈਂ ਤੁਹਾਨੂੰ ਦੱਸਾਂਗਾ ਜੋ ਕੁਝ ਸੱਚਾਈ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਅਤੇ ਕੋਈ ਨਹੀਂ ਹੈ ਜੋ ਇਹਨਾਂ ਗੱਲਾਂ ਵਿੱਚ ਮੇਰੀ ਸਹਾਇਤਾ ਕਰਨ ਲਈ ਲੱਕ ਬਣੇਗਾ, ਇੱਕ ਮਿਕਾਇਲ ਵਜੋਂ ਜੋ ਤੁਹਾਡਾ ਪ੍ਰਧਾਨ ਹੈ। ਹੁਣ ਵਾਪਸ ਦਾਨੀਏਲ ਦੀ ਕਿਤਾਬ ਦੇ 12ਵੇਂ ਅਧਿਆਇ ਵਿੱਚ ਆਓ। ਇੱਥੇ ਹੈ ਮਾਹੌਲ। ਅਸੀਂ ਵੱਡੇ ਕਸ਼ਟ ਦੇ ਸਮੇਂ ਵਿੱਚ ਹਾਂ। ਇਹ ਧਰਤੀ ਤੇ ਭਿਆਨਕ ਹੈ। ਸ਼ੈਤਾਨ ਦੇ ਸਾਰੇ ਰੋਕੇ ਹੋਏ ਭਿਅੰਕਰ ਕ੍ਰੋਧ ਇਸਰਾਇਲ ਦੇ ਦੇਸ਼ ਤੇ ਉਡਾਲ ਦਿੱਤੇ ਗਏ ਹਨ ਅਤੇ ਉਸ ਵਿੱਚ ਬਾਈਬਲ ਕਹਿੰਦੀ ਹੈ ਉਸ ਸਮੇਂ ਵਿੱਚ ਵੱਡਾ ਸਰਦਾਰ ਮਿਕਾਇਲ ਖਲੋਵੇਗਾ ਅਤੇ ਇਸਰਾਇਲ ਦੇ ਬੱਚਿਆਂ ਦਾ ਬਚਾਓ ਕਰੇਗਾ। ਪਿਆਰੇ ਦਰਸ਼ਕੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਤੁਹਾਡੀ ਦਿਲ ਤੋਂ ਪ੍ਰਸ਼ੰਸਾ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ
ਸ਼ਾਮਿਲ ਹੁੰਦੇ ਹੋ ਅਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਦਿਲਚਸਪੀ ਲੈ ਰਹੇ ਹੋ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਮੁਸ਼ਕਲ ਸਮਿਆਂ ਦਾ ਅੰਤ ਕਿਵੇਂ ਅਤੇ ਕਦੋਂ ਹੋਵੇਗਾ। ਇਸ ਨੂੰ ਸਮਝਣ ਦੇ ਲਈ ਅਸੀਂ ਸਮੇਂ ਦੀ ਮਿਆਦ ਬਾਰੇ ਜਾਣਿਆ। ਬਾਈਬਲ ਬਾਣੀ ਦੱਸਦੀ ਹੈ ਕਿ ਇਜ਼ਰਾਈਲ ਦਾ ਇਹ ਕਸ਼ਟ ਦਾ ਸਮਾਂ ਬਹੁਤ ਦੁਖਦਾਈ ਹੋਵੇਗਾ। ਇਹ ਪੂਰੇ ਦੇਸ਼ ਦੇ ਲਈ ਇੱਕ ਗਰਭਵਤੀ ਇਸਤਰੀ ਦੇ ਬੱਚਾ ਪੈਦਾ ਕਰਨ ਦੀ ਪੀੜਾ ਵਰਗਾ ਹੋਏਗਾ। ਮੱਤੀ ਦੀ ਇੰਜੀਲ ਦੇ 24ਵੇਂ ਅਧਿਆਇ ਦੇ ਵਿੱਚ 21 ਆਇਤ ਤੋਂ ਲੈ ਕੇ 28 ਆਇਤ ਤੱਕ ਦੇ ਵਚਨਾਂ ਵਿੱਚ ਪ੍ਰਭੂ ਯਿਸੂ ਜੀ ਉਸ ਸਮੇਂ ਬਾਰੇ ਕਹਿੰਦੇ ਹਨ ਕਿ ਉਹ ਸਮੇਂ ਜਗਤ ਦੇ ਵਿੱਚ ਇੱਕ ਵੱਡਾ ਕਸ਼ਟ ਹੋਏਗਾ ਜੋ ਸੰਸਾਰ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਦੇ ਨਹੀਂ ਹੋਇਆ ਅਤੇ ਨਾ ਕਦੇ ਹੋਵੇਗਾ। ਜੇਕਰ ਉਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਵੀ ਨਾ ਬਚਦਾ। ਉਹ ਦਿਨ ਚੁਣੇ ਹੋਏ ਲੋਕਾਂ ਦੇ ਖਾਤਰ ਘਟਾਏ ਗਏ ਸਨ। ਬਹੁਤ ਸਾਰੇ ਲੋਕ ਝੂਠੇ ਮਸੀਹ ਖੜੇ ਹੋਣਗੇ ਜੋ ਅਜਿਹੇ ਵੱਡੇ ਚਿੰਨ੍ਹ ਅਤੇ ਚਮਤਕਾਰ ਕਰਨਗੇ ਕਿ ਚੰਗੇ ਤੋਂ ਚੰਗੇ ਵਿਸ਼ਵਾਸੀ ਨੂੰ ਵੀ ਭਰਮਾ ਲੈਣਗੇ। ਪ੍ਰਭੂ ਯਿਸੂ ਜੀ ਨੇ ਸਾਨੂੰ ਉਹਨਾਂ ਕਸ਼ਟ ਭਰੇ ਦਿਨਾਂ ਬਾਰੇ ਪਹਿਲਾਂ ਹੀ ਸਾਵਧਾਨ ਕਰ ਦਿੱਤਾ ਹੈ। ਇਹ ਇੱਕ ਕੌਮੀ ਜਾਂ ਰਾਸ਼ਟਰੀ ਮੁਸੀਬਤ ਦਾ ਸਮਾਂ ਹੋਏਗਾ। ਇਸ ਤੋਂ ਬਾਅਦ ਅਸੀਂ ਇਜ਼ਰਾਈਲ ਦੇ ਸਰਦਾਰ ਬਾਰੇ ਜਾਣਿਆ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਤੋਂ ਬੜੀ ਆਸ਼ੀਸ਼ ਪਾਈ ਹੋਗੀ। ਹੁਣ ਆਪਣੇ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਹੋਏਗੀ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਿਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਆਖਰੀ ਸਮੇਂ ਦੀ ਗੱਲਾਂ ਬਾਰੇ ਦੱਸ ਰਹੇ ਹੋ। ਅੱਜ ਵੀ ਪਿਤਾ ਪਰਮੇਸ਼ਰ ਤੁਸੀਂ ਸਾਡੇ ਉੱਤੇ ਇਹਨਾਂ ਚੀਜ਼ਾਂ ਨੂੰ ਜ਼ਾਹਿਰ ਕੀਤਾ ਕਿ ਇਸ ਸੰਸਾਰ ਦੇ ਆਖਰੀ ਦਿਨ ਖਾਸ ਤੌਰ 'ਤੇ ਯਹੂਦੀਆਂ ਦੇ ਲਈ ਬਹੁਤ ਹੀ ਕਸ਼ਟ ਭਰੇ ਹੋਣਗੇ। ਪਿਤਾ ਪਰਮੇਸ਼ਰ, ਅਸੀਂ ਤੁਹਾਡੇ ਵਚਨ ਤੋਂ ਜਾਣਿਆ ਕਿ ਜਿਹੜੇ ਲੋਕ ਪ੍ਰਭੂ ਜੀ ਇਸ ਕਸ਼ਟ ਦੇ ਵਿੱਚੋਂ ਤੁਹਾਡੇ ਵਿੱਚ ਵਫਾਦਾਰ ਰਹਿਣਗੇ ਉਹ ਹੀ ਬਚਾਏ ਜਾਣਗੇ ਔਰ ਉਹਨਾਂ ਨੂੰ ਤੁਸੀਂ ਇੱਕ ਵੱਡਾ ਇਨਾਮ ਦਿਓਗੇ। ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ 'ਤੇ ਕਿਰਪਾ ਕੀਤੀ, ਕਿਉਂਕਿ ਤੁਹਾਡਾ ਵਚਨ ਬੋਲਦਾ ਹੈ ਕਿ ਜੇ ਉਹ ਦਿਨ ਨਾ ਘਟਾਏ ਜਾਂਦੇ ਤਾਂ ਸਾਡੇ ਵਿੱਚੋਂ ਕੋਈ ਵੀ ਨਾ ਬਚਦਾ। ਲੇਕਿਨ ਤੁਸੀਂ ਪਿਤਾ ਪਰਮੇਸ਼ਰ ਸਾਨੂੰ ਬਚਾਇਆ, ਸਾਡੇ 'ਤੇ ਕਿਰਪਾ ਕੀਤੀ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ ਜੀ, ਸਾਡੀ ਪ੍ਰਾਰਥਨਾ ਔਰ ਬੇਨਤੀ ਹੈ ਕਿ ਪ੍ਰਭੂ ਜੀ ਤੁਹਾਡੀ ਕਿਰਪਾ ਸਾਡੇ 'ਤੇ ਇਸ ਤਰ੍ਹਾਂ ਬਣੇ ਰਹੇ ਤਾਂ ਕਿ ਅਸੀਂ ਤੁਹਾਡੀ ਇੱਛਾ ਦੇ ਮੁਤਾਬਿਕ, ਤੁਹਾਡੀ ਮਰਜ਼ੀ ਦੇ ਮੁਤਾਬਿਕ ਆਪਣੇ ਜੀਵਨ ਨੂੰ ਬਤੀਤ ਕਰਨ ਵਾਲੇ ਹੋਈਏ। ਸਾਡੇ ਦਰਸ਼ਕਾਂ ਨੂੰ ਪ੍ਰਭੂ ਜੀ ਅਕਲ ਬੁੱਧੀ ਸਮਝ ਦੇਣਾ ਤਾਂ ਕਿ ਤੁਹਾਡੇ ਵਚਨ ਨੂੰ ਆਪਣੇ ਦਿਲਾਂ ਦੀ ਗਹਿਰਾਈ ਤੱਕ ਪ੍ਰਭੂ ਜੀ ਉਹ ਗ੍ਰਹਿਣ ਕਰਨ ਅਤੇ ਉਸ 'ਤੇ ਅਮਲ ਕਰਨ। ਪਿਆਰੇ ਪਿਤਾ ਪਰਮੇਸ਼ਰ, ਜਿੰਨਾ ਵੀ ਲੋਕਾਂ ਦੀ ਕੋਈ ਜ਼ਰੂਰਤ ਹੈ, ਕੋਈ ਬਿਮਾਰ ਹੈ, ਕੋਈ ਪਿਤਾ ਪਰਮੇਸ਼ਰ ਪੈਸੇ ਦੀ ਤੰਗੀ ਵਿੱਚੋਂ ਗੁਜ਼ਰ ਰਿਹਾ, ਕਿਸੇ ਦੇ ਕੋਲ ਰੋਜ਼ਗਾਰ ਨਹੀਂ ਹੈ, ਉਹਨਾਂ ਸਾਰਿਆਂ ਲੋਕਾਂ ਦੀਆਂ ਪ੍ਰਭੂ ਜੀ ਜ਼ਰੂਰਤਾਂ ਨੂੰ ਤੁਸੀਂ ਸਵਰਗ ਤੋਂ ਪੂਰਾ ਕਰੋ। ਧੰਨਵਾਦ ਕਰਦੇ ਪਿਤਾ ਪਰਮੇਸ਼ਰ, ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ। ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।